मतलब ਜਿਹੜਾ ਆਪਣੇ ਕੋਲੇ ਨੈਕਸਟ ਆਪਾਂ ਕਰ ਰਹੇ ਵੇਵ ਵੈਲੋਸਿਟੀ, ਤਾਂ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਔਰ ਵੇਵ ਵੈਲੋਸਿਟੀ 2 ਨੰਬਰ ਦੇ ਵਿੱਚ ਆਵੇ ਤਾਂ 3-4 ਨੰਬਰ ਵਿੱਚ ਆਵੇ ਤਾਂ ਤੁਸੀਂ ਆਰਟੀਕਲ ਨੂੰ ਕਿਵੇਂ ਕਰਨਾ ਹੈ। ਵੇਵ ਵੈਲੋਸਿਟੀ ਦਾ ਜਿਹੜਾ ਆਰਟੀਕਲ ਹੈ ਇਹ ਨਾਲ ਹੀ ਹੈ, ਵੈਸੇ ਤਾਂ ਇਹ ਬੁੱਕ ਦੇ ਉੱਪਰ ਨਾਲ ਹੀ ਲਿਖਿਆ ਹੋਇਆ, ਪਰ ਕਈ ਵਾਰ ਤੁਸੀਂ ਨਾਲ ਵੀ ਕਰ ਲੈਣਾ, ਨਾਲ ਵੀ ਆ ਜਾਂਦਾ ਹੈ ਟੂ ਫਾਈਂਡ ਦੀ ਵੈਲਿਊ ਆਫ electromagnetic medium having finite permittivity, finite permeability but conductivity 0, and also find the velocity of electromagnetic wave or find the expression for the wave velocity of electromagnetic wave। ਤਾਂ ਜੇ 2 ਨੰਬਰ 'ਚ ਅੱਡ ਆ ਗਿਆ ਤਾਂ ਆਪਾਂ ਇੱਥੇ ਸਿੱਧਾ ਕਰ ਲੈਣਾ, ਜੇ ਸਾਰਾ ਪੇਪਰ 'ਚ ਆ ਗਿਆ ਤਾਂ ਆਪਾਂ ਸਾਰਾ ਆਰਟੀਕਲ ਕਰਾਂਗੇ। ਸੋ ਜੇ ਜਿੰਨਾ ਕੁ ਪੁੱਛਿਆ ਉਹਨਾਂ ਕੁ ਆਪਾਂ ਆਰਟੀਕਲ ਕਰਨਾ। ਤਾਂ ਜੇ ਤੁਹਾਨੂੰ ਅਲੱਗ 'ਚ ਆ ਰਿਹਾ ਤਾਂ ਮੈਂ ਤੁਹਾਨੂੰ ਇਹ ਮੰਨ ਕੇ ਚੱਲ ਰਿਹਾ ਵੀ ਅਲੱਗ ਆਊਗਾ ਪੇਪਰ 'ਚ ਕੁਐਸਚਨ ਟੂ ਆਰਟੀਕਲ ਇਹਦਾ ਕੀ ਬਣੂ, ਜਿਹੜਾ ਆਪਾਂ ਆਰਟੀਕਲ ਅੱਜ ਕਰਨਾ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਔਰ ਡਰਾਈਵ ਦੀ ਐਕਸਪ੍ਰੈਸ਼ਨ ਫॉर ਵੇਵ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ। ਅਸੀਂ ਇਕੁਏਸ਼ਨ ਕਿਵੇਂ ਡਰਾਈਵ ਕਰਨੀ ਵੀ ਕਿੰਨੀ ਵੈਲੋਸਿਟੀ ਦੇ ਨਾਲ ਇਲੈਕਟ੍ਰੋਮੈਗਨੈਟਿਕ ਵੇਵ ਟਰੈਵਲ ਕਰਦੀ ਹੈ, ਉਹਦੇ ਕਿਵੇਂ ਕਰਾਂਗੇ। ਆਪਾਂ ਨੂੰ ਪਤਾ ਹੈ ਦ ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਫॉर E ਐਂਡ H ਇਜ਼ ਗਿਵਨ ਬਾਈ ਦੀ ਰਿਲੇਸ਼ਨ। ਆਪਣੇ ਕੋਲ ਆਹ ਇਕੁਏਸ਼ਨ ਹੁੰਦੀ ਹੈ, ਆਪਾਂ ਹੁਣੇ ਕੀਤੀ ਹੈ। ਸੋ ਉਹ ਆਪਾਂ ਆਪਣੇ ਕੋਲ ਕੀ ਆਈ ਸੀ, ਡੈਲ ਸਕੇਅਰ ਇਜ਼ ਇਕੁਅਲ ਟੂ ਮਿਊ ਐਪਸੈਲਨ ਕਰਲੀ ਸਕੇਅਰ ਈ ਪੌਨ ਕਰਲੀ ਟੀ ਸਕੇਅਰ। ਆਪਣੇ ਕੋਲ ਆਹ ਇਕੁਏਸ਼ਨ ਆਈ ਸੀ ਨਾ, ਇੱਕ H ਦੀ ਟਰਮਾਂ 'ਚ ਵੀ ਸੇਮ ਹੀ ਆਈ ਹੈ, ਇੱਥੇ ਇਹ ਜਗ੍ਹਾ 'ਤੇ H ਆ ਗਿਆ। ਇਹਨੂੰ ਲੈਫਟ ਹੈਂਡ ਸਾਈਡ 'ਤੇ ਲਿਆਓ ਅਤੇ ਰਾਈਟ ਹੈਂਡ ਇਕੁਅਲ ਕੀ ਹੋਈ 0 ਹੋ ਜੂਗੀ। ਜੋ ਐਸਟ ਰਾਈਟ ਹੈਂਡ ਸਾਈਡ ਟਰਮ ਲੈਫਟ ਹੈਂਡ ਸਾਈਡ 'ਤੇ ਲਿਆਵਾਂਗੇ, ਰਾਈਟ ਹੈਂਡ ਸਾਈਡ 'ਤੇ 0 ਹੋਏ ਤਾਂ ਆਪਣੇ ਕੋਲ ਆਹ ਇਕੁਏਸ਼ਨ ਆ ਜੂ, ਕੀ ਆ ਜੂਗੀ ਡੈਲ ਸਕੇਅਰ ਈ ਵੈਕਟਰ ਮੈਂਸ ਮਿਊ ਐਪਸੈਲਨ ਕਰਲੀ ਸਕੇਅਰ ਈ ਪੌਨ ਕਰਲੀ ਟੀ ਸਕੇਅਰ ਇਕੁਅਲ ਕੀ ਆ ਜੂਗਾ 0 ਆ ਜੂਗਾ। ਉਵੇਂ ਜਿਹੜੀ ਸੈਕਿੰਡ ਇਕੁਏਸ਼ਨ H ਦੀ ਟਰਮਸ ਉਹ ਵੀ ਆਪਣੇ ਕੋਲ ਐਂ ਆ ਜੂਗੀ। ਆਪਣੇ ਕੋਲ ਆਹ ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਹੈ। ਹੁਣ ਦੇਖੋ ਇਨ ਵਨ ਡਾਇਮੈਂਸ਼ਨਲ ਸੇ ਲੌਂਗ ਐਕਸ ਐਕਸੇ, ਦੇਖੋ ਇਹ ਤਾਂ ਆਪਣੇ ਕੋਲ ਆਹ ਇਕੁਏਸ਼ਨ ਆ, ਅਸੀਂ ਇੱਕ ਡਾਇਮੈਂਸ਼ਨ 'ਚ ਲੈ ਲਓ, ਮੰਨ ਲਓ ਸੇ ਅਲੋਂਗ ਐਕਸ ਐਕਸੇ ਦੀ ਵੇਵ ਇਕੁਏਸ਼ਨ ਵਿਲ ਬੀ ਗਿਵਨ ਬਾਈ ਦੀ ਐਕਸ ਕੰਪੋਨੈਂਟ ਆਫ ਦੀ ਅਬਵ ਐਕਸਪ੍ਰੈਸ਼ਨ। ਤਾਂ ਜੇ ਅਸੀਂ ਇੱਕ ਡਾਇਮੈਂਸ਼ਨ ਦੇ ਵਿੱਚ ਆਹ ਇਕੁਏਸ਼ਨ ਨੂੰ ਲਿਖਣਾ, ਮੰਨ ਲਓ ਅਲੋਂਗ ਐਕਸ ਐਕਸੇ ਜਾਂ ਮੰਨ ਲਓ ਤੁਹਾਡੇ ਕੋਲ ਜਿਹੜੀ ਮੰਨ ਲਓ ਇਲੈਕਟ੍ਰੋਮੈਗਨੈਟਿਕ ਵੇਵ ਆ, ਸਪੋਜ਼ ਐਕਸ ਡਾਇਰੈਕਸ਼ਨ ਟਰੈਵਲ ਕਰ ਰਹੀ ਹੈ, ਸਪੋਜ਼ ਇਲੈਕਟ੍ਰੋਮੈਗਨੈਟਿਕ ਵੇਵ ਇਜ਼ ਟਰੈਵਲਿੰਗ ਓਨਲੀ ਅਲੋਂਗ ਐਕਸ ਡਾਇਰੈਕਸ਼ਨ, ਤਾਂ ਆਪਣੇ ਕੋਲ ਫਿਰ ਕੀ ਆਊਗਾ, ਤਾਂ ਜਿਹੜਾ ਵਾਈ ਕੰਪੋਨੈਂਟ ਅਤੇ ਜ਼ੈਡ ਕੰਪੋਨੈਂਟ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੋ ਜੂਗੀ 0 ਹੋਊਗੀ, ਕਿਉਂਕਿ ਵੇਵ ਐਕਸ ਇਕੁਏਸ਼ਨ ਵਿੱਚ ਟਰੈਵਲ ਕਰ ਰਹੀ ਹੈ। ਸੋ ਮੰਨ ਲਓ ਜਿਹੜੀ ਵੇਵ ਆ ਐਕਸ ਇਕੁਏਸ਼ਨ ਵਿੱਚ ਟਰੈਵਲ ਕਰ ਰਹੀ ਹੈ, ਤਾਂ ਉਹਦੇ ਵਾਸਤੇ ਆਪਣੇ ਕੋਲ ਕਿਵੇਂ ਲਿਖਾਂਗੇ, ਇੱਥੇ ਆਪਣੇ ਕੋਲ ਈ ਦੀ ਜਗ੍ਹਾ 'ਤੇ ਆਪਣੇ ਕੋਲ ਇੱਕ ਕੰਪੋਨੈਂਟ ਆ ਜੋ ਆਪਣੇ ਕੋਲ ਕੀ ਆ ਜਾਊਗਾ ਕਰਲੀ ਸਕੇਅਰ ਈ ਐਕਸ ਪੌਨ ਕਰਲੀ ਐਕਸ ਸਕੇਅਰ ਮਾਈਨਸ ਮਿਊ ਐਪਸੈਲਨ ਕਰਲੀ ਸਕੇਅਰ ਈ ਐਕਸ ਪੌਨ ਕਰਲੀ ਟੀ ਸਕੇਅਰ ਇਕੁਅਲ ਟੂ 0। ਅਸੀਂ ਇੱਕ ਐਡਮਿਸ਼ਨ 'ਚ ਲੈ ਲੈਂਦੇ ਹਾਂ, ਮੰਨ ਲਓ ਲੌਂਗ ਐਕਸ ਐਕਸ ਨੂੰ ਸੋਲਵ ਕਰਨਾ ਇਕੁਏਸ਼ਨ ਨੂੰ, ਤਾਂ ਅਸੀਂ ਐਕਸ ਕੰਪੋਨੈਂਟ ਲੈ ਰਹੇ ਇਲੈਕਟ੍ਰਿਕ ਫੀਲਡ ਦਾ ਇੱਕ ਐਡਮਿਸ਼ਨ ਦੇ ਵਿੱਚ ਮੰਨ ਲਓ ਲੈ ਰਹੇ ਹਾਂ ਅਸੀਂ, ਤਾਂ ਆਪਣੇ ਕੋਲ ਕੀ ਆ ਜਾਊਗਾ ਕਰਲੀ ਸਕੇਅਰ ਈ ਐਕਸ ਪੌਨ ਕਰਲੀ ਐਕਸ ਸਕੇਅਰ ਇਜ਼ ਇਕੁਅਲ ਟੂ ਮਿਊ ਐਪਸੈਲਨ ਕਰਲੀ ਸਕੇਅਰ ਈ ਐਕਸ ਪੌਨ ਕਰਲੀ ਟੀ ਸਕੇਅਰ। ਮਤਲਬ ਅਸੀਂ ਐਕਸ ਕੰਪੋਨੈਂਟ ਲੈਣਾ, ਉਵੇਂ ਨੀਚੇ ਮੈਗਨੇਟਿਕ ਫੀਲਡ ਦਾ ਵੀ ਇੱਕ ਕੰਪੋਨੈਂਟ ਆ ਜਾਓ ਆਪਣੇ ਕੋਲ ਐਕਸ ਕੰਪੋਨੈਂਟ ਆ ਜਾਓ, ਤਾਂ ਆਪਣੇ ਕੋਲ ਕੀ ਆ ਜਾਊਗਾ ਕਰਲੀ ਸਕੇਅਰ ਐਚ ਐਕਸ ਪੌਨ ਕਰਲੀ ਐਕਸ ਸਕੇਅਰ ਮਾਈਨਸ ਮਿਊ ਐਪਸੈਲਨ ਕਰਲੀ ਸਕੇਅਰ ਐਚ ਐਕਸ ਪੌਨ ਕਰਲੀ ਟੀ ਸਕੇਅਰ ਇਕੁਅਲ ਕੀ ਆ ਜਾਊਗਾ 0 ਆ ਜਾਊਗਾ। ਉਹ ਆਪਣੇ ਕੋਲ ਇਕੁਏਸ਼ਨ ਆ ਗਿਆ। ਹੁਣ ਆਪਾਂ ਕਰਦੇ ਹਾਂ ਕੰਪੇਅਰਿੰਗ ਵਿਦ ਦੀ ਜਨਰਲ ਵੇਵ ਇਕੁਏਸ਼ਨ। ਹੁਣ ਆਪਣੇ ਕੋਲ ਜਨਰਲ ਵੇਵ ਇਕੁਏਸ਼ਨ ਕੀ ਹੁੰਦੀ ਹੈ, ਤਾਂ ਤੁਸੀਂ ਜਨਰਲ ਕੋਈ ਵੇਵ ਇਕੁਏਸ਼ਨ ਤੁਸੀਂ +1 ਦੇ ਵਿੱਚ ਵੀ ਸਟੱਡੀ ਕੀਤਾ ਹੈ, ਜਾਂ ਤੁਸੀਂ ਇਹਦਾ ਸੈਕਸ਼ਨ ਹੈ ਜਦੋਂ ਤੁਸੀਂ ਵੈਰੀਏਸ਼ਨਲ ਵੇਵ ਦਾ ਸੈਕਸ਼ਨ ਏ ਨੂੰ ਸਟੱਡੀ ਕਰੋਗੇ ਤਾਂ ਉਹਦਾ ਆਪਣੇ ਕੋਲ ਜਨਰਲ ਵੇਵ ਇਕੁਏਸ਼ਨ ਆਪਣੇ ਕੋਲ ਕੀ ਹੁੰਦੀ ਹੈ ਕਰਲੀ ਸਕੇਅਰ ਵਾਈ ਪੌਨ ਕਰਲੀ ਐਕਸ ਸਕੇਅਰ ਮਾਈਨਸ 1 ਪੌਨ ਸੀ ਸਕੇਅਰ ਕਰਲੀ ਸਕੇਅਰ ਵਾਈ ਪੌਨ ਕਰਲੀ ਟੀ ਸਕੇਅਰ। ਆਪਣੇ ਕੋਲ ਜਨਰਲ ਕੋਈ ਵੀ ਵੇਵ ਇਕੁਏਸ਼ਨ ਦੀ ਜਨਰਲ ਇਕੁਏਸ਼ਨ ਹੁੰਦੀ ਹੈ, ਯਾਦ ਰੱਖਣਾ। ਤੁਸੀਂ ਪਿੱਛੇ ਪੜ੍ਹਿਆ ਹੋਣਾ +1 'ਚ ਤੁਸੀਂ ਵੇਵ ਇਕੁਏਸ਼ਨ ਆਹ ਲਿਖਦੇ ਹੋਗੇ ਕਰਲੀ ਸਕੇਅਰ ਵਾਈ ਪੌਨ ਕਰਲੀ ਐਕਸ ਸਕੇਅਰ ਇਜ਼ ਇਕੁਅਲ ਆਪਣੇ ਕੀ ਹੁੰਦੀ ਹੈ 1 ਪੌਨ ਸੀ ਸਕੇਅਰ ਅਤੇ ਕਰਲੀ ਸਕੇਅਰ ਵਾਈ ਪੌਨ ਕਰਲੀ ਟੀ ਸਕੇਅਰ। ਆਹ ਪੜ੍ਹੀ ਹੋਣੀ ਤੁਸੀਂ, ਆਪਣੇ ਕੋਲ ਜਨਰਲ ਵੇਵ ਇਕੁਏਸ਼ਨ ਦੀ ਇਕੁਏਸ਼ਨ ਹੁੰਦੀ ਹੈ, ਤਾਂ ਅਸੀਂ ਇਹ ਜਨਰਲ ਵੇਵ ਇਕੁਏਸ਼ਨ ਲਿਖ ਲੈਂਦੇ ਹਾਂ ਅਸੀਂ। ਅਤੇ ਫਿਰ ਇਹਨਾਂ ਦੋਨਾਂ ਇਕੁਏਸ਼ਨਾਂ ਨੂੰ ਇਹਨਾਂ ਦੇ ਇਸ ਇਕੁਏਸ਼ਨ ਨਾਲ ਕੰਪੇਅਰ ਕਰਦੇ ਹਾਂ, ਇਹਨਾਂ ਦੋਨਾਂ ਨੂੰ ਇਸ ਇਕੁਏਸ਼ਨ ਨਾਲ ਕੰਪੇਅਰ ਕਰੋ। ਦੇਖੋ ਆਪਣੇ ਕੋਲ ਕੀ ਆ ਜਾਊਗਾ, ਜਿਹੜੀ ਆਹ ਜਨਰਲ ਵੇਵ ਇਕੁਏਸ਼ਨ ਹੁੰਦੀ ਹੈ ਇਹਦੇ 'ਚ ਆਪਣੇ ਕੋਲ ਆਹ ਸੀ ਕੀ ਹੁੰਦੀ ਹੈ ਵੈਲੋਸਿਟੀ ਹੁੰਦੀ ਹੈ ਵੇਵ ਦੀ, ਆਹ ਸੀ ਕੀ ਹੁੰਦੀ ਹੈ ਵੈਲੋਸਿਟੀ ਹੁੰਦੀ ਹੈ। ਅਤੇ ਜਦੋਂ ਅਸੀਂ ਇਹਦੇ ਨਾਲ ਜਨਰਲ ਨਾਲ ਕੰਪੇਅਰ ਕਰਾਂਗੇ ਤਾਂ ਆਪਣੇ ਕੋਲ ਦੇਖੋ ਇੱਥੋਂ ਇਹਨੂੰ ਅਸੀਂ ਇਹਦੇ ਨਾਲ ਕੰਪੇਅਰ ਕੀਤਾ ਤਾਂ ਆਪਣੇ ਕੋਲ 1 ਪੌਨ ਸੀ ਸਕੇਅਰ ਦੀ ਵੈਲਿਊ ਕਿੰਨੀ ਆ ਜੂਗੀ ਮਿਊ ਐਪਸੈਲਨ। ਇਹਦਾ ਮਤਲਬ ਇੱਥੇ ਕੀ ਆ ਰਿਹਾ, ਇਹ ਅਸੀਂ ਇਹ ਦੋਨਾਂ ਇਕੁਏਸ਼ਨ ਇਹਦੇ ਨਾਲ ਕੰਪੇਅਰ ਕਰ ਰਹੇ ਹਾਂ ਤਾਂ ਫਰਕ ਇਹ ਹੈ ਵੀ ਇੱਥੇ 1 ਪੌਨ ਸੀ ਸਕੇਅਰ ਆ ਰਿਹਾ
ਇੱਥੇ ਆਪਣੇ ਕੋਲ 1/c² ਜਗ੍ਹਾ 'ਤੇ ਕੀ ਆ ਰਿਹਾ, ਮਿਊ ਐਪਸੈਲਨ ਆ ਰਿਹਾ। ਤਾਂ ਅਸੀਂ ਕੀ ਕਰਾਂਗੇ ਫਿਰ 1/c² ਨੂੰ ਕੀ ਪੁੱਟ ਕਰ ਲੈਂਦੇ ਹਾਂ ਅਸੀਂ 1/c²। ਸਾਨੂੰ ਇਹ ਕੰਪੇਅਰ ਕਰਕੇ ਸਾਨੂੰ ਪਤਾ ਲੱਗ ਗਿਆ 1/c² ਦੀ ਵੈਲੂ ਕਿੰਨੀ ਹੋਊਗੀ, ਮਿਊ ਅਤੇ ਐਪਸੈਲਨ ਹੋਊਗੀ ਇਸ ਕੁਐਸ਼ਨ 'ਚ। ਇਸ ਕੁਐਸ਼ਨ ਦੇ ਵਿੱਚ 1/c² ਦੀ ਵੈਲੂ ਕਿੰਨੀ ਹੋਊਗੀ, ਮਿਊ ਇੰਟੂ ਐਪਸੈਲਨ ਹੋਊਗੀ। ਅਤੇ ਸੀ ਕੀ ਹੋਊਗੀ ਇੱਥੇ ਜਿਹੜੀ ਆ ਸੀ ਆ, ਉਦੋਂ ਇਸ ਟਾਈਮ ਸੀ ਆਪਣੇ ਕੋਲ ਕੀ ਹੋ ਜੂਗੀ, ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ। ਇੱਥੋਂ ਦੇਖੋ c² ਦੀ ਵੈਲੂ ਕਿੰਨੀ ਆ ਜੂਗੀ, ਇਸ ਕੁਐਸ਼ਨ ਤੋਂ c² ਦੀ ਤੁਹਾਡੇ ਕੋਲ ਵੈਲੂ ਆ ਜੂਗੀ 1/μ ਐਪਸੈਲਨ। ਸੋ c² ਆਪਣੇ ਕੋਲ 1/μ ਇੰਟੂ ਐਪਸੈਲਨ ਆ ਗਿਆ। ਅਤੇ ਉੱਥੋਂ ਅਸੀਂ ਦੋਨੇ ਪਾਸੇ ਸਕੁਐਰ ਰੂਟ ਲੈ ਲਾਂਗੇ। ਤਾਂ c² ਦਾ ਸਕੁਐਰ ਰੂਟ ਆਪਣੇ ਕੋਲ c ਆ ਗਿਆ, ਅਤੇ ਰਾਈਟ ਹੈਂਡ ਸਾਈਡ 'ਤੇ ਆਪਣੇ ਕੋਲ ਸਕੁਐਰ ਰੂਟ 1 ਦਾ ਸਕੁਐਰ ਰੂਟ 1 ਹੁੰਦਾ, ਅਤੇ ਨੀਚੇ ਆਪਣੇ ਕੋਲ ਮਿਊ ਐਪਸੈਲਨ ਦਾ ਸਕੁਐਰ ਰੂਟ ਕੀ ਆ ਜਾਊਗਾ 1/√ਆਫ ਮਿਊ ਐਪਸੈਲਨ ਲਿਆ ਜਾਊਗਾ ਆਪਣੇ ਕੋਲ। ਇਹ ਆ ਗਿਆ। ਵੀ ਫਾਈਂਡ ਦੈਟ ਵੈਲੋਸਿਟੀ ਆਫ ਵੇਵਜ਼ ਇਜ਼ ਗਿਵਨ ਬਾਈ, ਇੰਨੀ ਵੈਲੋਸਿਟੀ ਹੋਊਗੀ ਕਿਹਦੀ, ਇਲੈਕਟ੍ਰੋਮੈਗਨੈਟਿਕ ਵੇਵਜ਼ ਦੀ, ਕਿਹੜੇ ਜਦੋਂ ਮੀਡੀਅਮ ਟਰੈਵਲ ਕਰ ਰਹੀਆਂ, ਜਿਹਦੀ ਪਰਮਿਟੀਵਿਟੀ ਕਿੰਨੀ ਹੈ, ਮਿਊ ਹੈ, ਅਤੇ ਪਰਮਿਟੀਵਿਟੀ ਐਪਸੈਲਨ ਹੈ, ਅਤੇ ਕਨੈਕਟੀਵਿਟੀ ਕਿੰਨੀ ਹੈ, 0। ਉਸ ਮੀਡੀਅਮ ਵਾਸਤੇ ਇੰਨੀ ਆਪਣੇ ਕੋਲ ਜਿਹੜੀ ਆਹ ਰਿਲੇਸ਼ਨ ਹੈ ਯੂਜ਼ਡ ਟੂ ਸੋਲਵ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ। ਤਾਂ ਇਸ ਰਿਲੇਸ਼ਨ ਦੇ ਨਾਲ ਅਸੀਂ ਇਲੈਕਟ੍ਰੋਮੈਗਨੈਟਿਕ ਵੇਵ ਦੀ ਕੀ ਫਾਈਂਡ ਕਰਾਂਗੇ, ਵੈਲੋਸਿਟੀ ਫਾਈਂਡ ਕਰਾਂਗੇ। ਸੋ ਇਹ ਆਪਣਾ ਆਰਟੀਕਲ ਹੋ ਗਿਆ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ। ਇੰਨੀ ਇੱਥੇ ਤੱਕ ਕਰਨਾ ਤੁਸੀਂ, ਇੰਨਾ ਆਰਟੀਕਲ ਕਰਾਂਗੇ। ਦਿਸ ਇਜ਼ ਦੀ ਰਿਲੇਸ਼ਨ ਟੂ ਫਾਈਂਡ ਦੀ ਵੈਲੋਸਿਟੀ ਆਫ ਇੰਨੀ ਇਲੈਕਟ੍ਰੋਮੈਗਨੈਟਿਕ ਵੇਵ ਹੁੰਦੀ ਹੈ। ਜੇ ਅੱਗੇ ਕਿਤੇ ਅੱਗੇ ਐਕਸਟਰਾ ਪੁੱਛ ਲੈਣ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਇਨ ਫਰੀ ਸਪੇਸ ਔਰ ਵੈਕੂਮ, ਤਾਂ ਅਸੀਂ ਕਿਵੇਂ ਫਾਈਂਡ ਕਰਾਂਗੇ। ਦੇਖੋ ਆਹ ਤਾਂ ਆਪਣੇ ਕੋਲ 1/√ਆਫ ਮਿਊ ਇੰਟੂ ਐਪਸੈਲਨ ਦਾ ਆਪਣੇ ਕੋਲ ਜਨਰਲ ਫਾਰਮੂਲਾ ਹੈ ਇਲੈਕਟ੍ਰੋਮੈਗਨੈਟਿਕ ਵੇਵ ਦੀ ਵੈਲੋਸਿਟੀ ਦਾ। ਤਾਂ ਜੇ ਅਸੀਂ ਕਿਸੇ ਮੀਡੀਅਮ ਫਾਈਂਡ ਕਰੀਏ ਜਿਹਦੀ ਪਰਮਿਟੀਵਿਟੀ ਇੰਨੀ ਆਪਣੇ ਕੋਲ, ਫਰੀ ਸਪੇਸ ਦੇ ਵਿੱਚ ਆਪਾਂ ਨੂੰ ਪਤਾ ਹੈ ਫਰੀ ਸਪੇਸ ਫਾਈਂਡ ਕਰਨੀ ਹੈ। ਫਰੀ ਸਪੇਸ ਦੇ ਵਿੱਚ ਪਰਮਿਟੀਵਿਟੀ ਦੀ ਵੈਲੂ ਆਪਣੇ ਕੋਲ ਕਿੰਨੀ ਹੁੰਦੀ ਹੈ 8.8542 ਇੰਟੂ 10⁻⁻12 ਫੈਰਡ ਪਰ ਮੀਟਰ। ਇਹ ਆਪਣੇ ਕੋਲ ਪਰਮਿਟੀਵਿਟੀ ਦੀ ਵੈਲੂ ਹੁੰਦੀ ਹੈ, ਅਤੇ ਪਰਮੇਬਿਲਿਟੀ ਦੀ ਵੈਲੂ ਆਪਣੇ ਕੋਲ ਕਿੰਨੀ ਹੁੰਦੀ ਹੈ 4π ਇੰਟੂ 10⁻⁷ ਹੈਨਰੀ ਪਰ ਮੀਟਰ। ਇਹ ਯਾਦ ਰੱਖਣਾ। ਇਹ ਜਿਹੜੀ ਫਰੀ ਸਪੇਸ ਹੈ ਜਾਂ ਵੈਕਮ ਹੈ ਉਹ 'ਚ ਮਿਊ ਹੈ, ਜਿਹੜਾ ਮਿਊ ਪਰਮੇਬਿਲਿਟੀ ਹੈ ਜਿਹੜੀ ਉਹਦੀ ਵੈਲੂ ਇੰਨੀ ਹੁੰਦੀ ਹੈ, ਅਤੇ ਜਿਹੜੀ ਪਰਮਿਟਿਵਿਟੀ ਉਹਦੀ ਇੰਨੀ ਵੈਲੂ ਹੁੰਦੀ ਹੈ। ਤਾਂ ਫਿਰ ਜੇ ਅਸੀਂ ਫਰੀ ਸਪੇਸ ਦੇ ਵਿੱਚ ਵੈਲੋਸਿਟੀ ਫਾਈਂਡ ਕਰੀਏ, ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਇਨ ਫਰੀ ਸਪੇਸ, ਤਾਂ ਆਪਣੇ ਕੋਲ ਕਿੰਨੀ ਆ ਜਾਊਗੀ। ਤਾਂ ਅਸੀਂ ਕੀ ਕਰਾਂਗੇ ਫਿਰ ਫਰੀ ਸਪੇਸ ਵੈਲੋਸਿਟੀ ਫਾਈਂਡ ਕਰਨ ਦੇ ਲਈ ਮਿਊ ਨੋਟ ਅਤੇ ਐਪਸੈਲਨ ਨੋਟ, ਮਿਊ ਜਗ੍ਹਾ 'ਤੇ ਅਸੀਂ ਕੀ ਪੁੱਟ ਕਰਦੇ, ਮਿਊ ਨੋਟ ਪੁੱਟ ਕਰ ਦਾਂਗੇ, ਐਪਸੈਲਨ ਜਗ੍ਹਾ 'ਤੇ ਐਪਸੈਲਨ ਨੋਟ ਪੁੱਟ ਕਰ ਦਾਂਗੇ, ਅਤੇ ਮਿਊ ਨੋਟ ਅਤੇ ਐਪਸੈਲਨ ਦੀ ਵੈਲੂ ਪੁੱਟ ਕਰਕੇ ਸੋਲਵ ਕਰਕੇ ਇੰਨੀ ਵੈਲੂ ਆ ਜੂਗੀ। ਇਹ ਕਿਹਦੀ ਇਕੁਅਲ ਆ ਗਈ, ਲਾਈਟ ਦੀ ਵੈਲੋਸਿਟੀ ਕਿੰਨੀ ਹੁੰਦੀ 3 × 10⁸ ਮੀਟਰ ਪਰ ਸੈਕਿੰਡ। ਆਪਣੇ ਕੋਲ ਦੈਟ ਇਜ਼ ਦੀ ਵੈਲੋਸਿਟੀ ਆਫ ਵੇਵਜ਼ ਇਨ ਫਰੀ ਸਪੇਸ ਇਜ਼ ਕੌਂਸਟੈਂਟ ਅਪਰੋਕਸੀਮੇਟਲੀ ਇਕੁਅਲ ਟੂ 3 × 10⁸ ਮੀਟਰ ਪਰ ਸੈਕਿੰਡ ਵਿਚ ਇਜ਼ ਆਈਡੈਂਟੀਕਲ ਵਿਦ ਦੀ ਵੈਲੋਸਿਟੀ ਆਫ ਲਾਈਟ। ਦਿਸ ਇੰਡੀਕੇਟਸ ਦੈਟ ਲਾਈਟ ਮੇ ਆਲਸੋ ਕੰਸਿਸਟ ਆਫ ਈ ਵੇਵਸ। ਇਹਦਾ ਮਤਲਬ ਜਿਹੜੀ ਲਾਈਟ ਹੁੰਦੀ ਹੈ ਉਹਦੇ ਵਿੱਚ ਉਹ ਕਾਹਦੀ ਬਣੀ ਹੁੰਦੀ ਹੈ, ਈ ਵੇਵਸ ਦੀ ਹੀ ਲਾਈਟ ਬਣੀ ਹੁੰਦੀ ਹੈ, ਕਿਉਂਕਿ ਦੋਨਾਂ ਦੀ ਵੈਲੋਸਿਟੀ ਕੀ ਹੈਗੀ, ਸੇਮ ਆ ਗਈ। ਸੋ ਇਹ ਆਪਣੇ ਕੋਲ ਇੰਨਾ ਆਰਟੀਕਲ ਜੇ ਅਸੀਂ ਕਰਨਾ ਹੋਵੇ ਤਾਂ ਕਾਹਦਾ ਲਿਆ ਗਿਆ ਹੈ, ਜਾਂ 2 ਨੰਬਰ 'ਚ ਆ ਜੇ ਟੂ ਫਾਈਂਡ ਦੀ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਇਨ ਫਰੀ ਸਪੇਸ ਐਂਡ ਸ਼ੋ ਦੈਟ ਵੈਲੋਸਿਟੀ ਆਫ ਇਲੈਕਟ੍ਰੋਮੈਗਨੈਟਿਕ ਵੇਵ ਇਨ ਫਰੀ ਸਪੇਸ ਇਜ਼ ਅਪਰੋਕਸੀਮੇਟਲੀ ਇਕੁਅਲ ਟੂ ਸਪੀਡ ਆਫ ਲਾਈਟ। ਤਾਂ ਆਪਾਂ ਇੰਨਾ ਆਰਟੀਕਲ ਕਰਾਂਗੇ, ਇੱਥੇ ਤੱਕ ਆਰਟੀਕਲ ਕਰਨਾ। ਸੋ ਅੱਗੇ ਐਕਸਟਰਾ ਦੇਖੋ ਇਹ 'ਚ ਆਪਣੇ ਕੋਲ ਕੀ ਆ ਰਿਹਾ। ਆਪਾਂ ਜਦੋਂ ਆਪਾਂ ਥੋੜ੍ਹੀ ਚੀਜ਼ਾਂ ਯਾਦ ਰੱਖਣੀਆਂ, ਜਦੋਂ ਅਸੀਂ ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ ਫਾਈਂਡ ਕੀਤੀ ਹੈ ਮੀਡੀਅਮ ਦੇ ਵਿੱਚ, ਜਿਹਦੀ ਕੋਈ ਫਾਈਨਾਈਟ ਪਰਮਿਟਿਵਿਟੀ ਹੈ ਅਤੇ ਫਾਈਨਾਈਟ ਪਰਮਿਟਿਵਿਟੀ ਕਨੈਕਟਿਵਿਟੀ 0 'ਚ ਦੇਖੋ ਆਪਣੇ ਕੋਲ ਕੀ ਹੈ, ਬੋਥ ਦੀ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਸੈਟਿਸਫਾਈ ਸੇਮ ਇਕੁਏਸ਼ਨ। ਉਸੇ ਇਕੁਏਸ਼ਨ ਨੂੰ ਸੇਮ ਸੈਟਿਸਫਾਈ ਕਰ ਰਿਹਾ। ਦੇਖੋ ਕਿਵੇਂ, ਇੱਥੇ ਵੀ ਆਪਣੇ ਕੋਲ EX ਆ ਰਿਹਾ, ਇੱਥੇ ਵੀ E ਹੈ, ਇੱਥੇ ਵੀ H ਹੈ, ਇੱਥੇ ਵੀ E ਆ ਰਿਹਾ, ਅਤੇ ਇੱਥੇ H ਆ ਰਿਹਾ, ਦੋਨੋਂ ਸੇਮ ਇਕੁਏਸ਼ਨ ਕੀ ਕਰ ਰਹੇ ਆ, ਸੈਟਿਸਫਾਈ ਕਰ ਰਹੇ ਆ। ਤਾਂ ਕਰਕੇ ਆਪਣੇ ਕੋਲ ਕੀ ਹੈ, ਬੋਥ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਸੈਟਿਸਫਾਈ ਸੇਮ ਇਕੁਏਸ਼ਨ। ਇਨ ਅਦਰ ਵਰਡਸ ਦੀ ਆਸੋਲੇਸ਼ਨ ਆਫ ਬੋਥ ਇਲੈਕਟ੍ਰਿਕ ਐਜ਼ ਵੈਲ ਐਜ਼ ਮੈਗਨੈਟਿਕ ਫੀਲਡਸ ਆਰ ਫੇਸ ਇਨ ਵਿਦ ਈਚ। ਤਾਂ ਦੋਨਾਂ ਦੀ ਆਸੋਲੇਸ਼ਨ ਕੀ ਹੈ, ਫੇਸ 'ਚ ਹੁੰਦੀਆਂ, ਦੋਨੋਂ ਫੇਸ ਦੇ ਵਿੱਚ ਹੀ ਆਸੋਲੇਟ ਕਰਦੀ ਹੈ। ਯਾਦ ਰੱਖਣਾ, ਕੋਈ ਫੇਸ ਡਿਫਰੈਂਸ ਨਹੀਂ ਹੁੰਦਾ ਦੋਨਾਂ ਵਿਚਕਾਰ, ਯਾਰ ਇਹ ਚੀਜ਼ ਹੈ।
ਅੱਗੇ ਲਿਖਿਆ ਦ ਇਲੈਕਟ੍ਰਿਕ ਐਜ਼ ਵੈਲ ਐਜ਼ ਦੀ ਮੈਗਨੈਟਿਕ ਵੇਵਸ ਆਰ ਨੋਨ ਡਿਸਪਰਸਿਵ ਇਨ ਵੈਕੂਮ ਔਰ ਫ੍ਰੀ ਸਪੇਸ ਬਿਕਾਜ਼ ਸੀ ਇਜ਼ ਇਕੁਅਲ ਟੂ ਸਕੁਆਇਰ ਰੂਟ 1/g ਸੇਮ ਫॉर ਆਲ ਵੇਵਲੈਂਥ। ਕਿਉਂਕਿ ਜਿਹੜੀ ਵੈਲੋਸਿਟੀ ਆਫ ਲਾਈਟ ਆ ਉਹਦੀ ਵੈਲਿਊ ਕੀ ਆ ਰਹੀ ਹੈ, ਸੇਮ ਆ ਰਹੀ ਹੈ। ਤਾਂ ਜਿਹੜਾ ਆਪਣੇ ਕੋਲ ਕੀ ਹੈ ਇਲੈਕਟ੍ਰਿਕ ਦੇ ਮੈਗਨੈਟਿਕ ਨੋਨ ਡਿਸਪਰਸਿਵ ਇਨ ਵੈਕੂਮ ਜਾਂ ਫ੍ਰੀ ਸਪੇਸ ਦੇ ਵਿੱਚ ਜਿਹੜੀ ਡਿਸਪਰਸ਼ਨ ਨਹੀਂ ਹੋਣੀ, ਇਹ ਚੀਜ਼ ਯਾਦ ਰੱਖਣੀ ਹੈ। ਨੋਨ ਡਿਸਪਰਸਿਵ ਹੈ ਇਸ ਸਪੇਸ ਦੇ ਵਿੱਚ, ਫ੍ਰੀ ਸਪੇਸ ਦੇ ਵਿੱਚ ਡਿਸਪਰਸ਼ਨ ਨਹੀਂ ਹੋਣੀ। ਜੇ ਮੰਨ ਲਓ ਲਾਈਟ ਵੀ ਟਰੈਵਲ ਕਰ ਰਹੀ ਹੈ ਫ੍ਰੀ ਸਪੇਸ ਦੇ ਵਿੱਚ, ਆਪਾਂ ਨੂੰ ਪਤਾ ਲਾਈਟ ਕਾਹਦੀ ਬਣੀ ਹੈ, ਲਾਈਟ ਬੇਸਿਕਲੀ ਕੌਨਸੈਪਟ ਆਫ ਇਲੈਕਟ੍ਰੋਮੈਗਨੈਟਿਕ ਵੇਵਜ਼। ਸੋ ਇਫ ਲਾਈਟ ਇਜ਼ ਟਰੈਵਲਿੰਗ ਇਨ ਫ੍ਰੀ ਸਪੇਸ ਔਰ ਵੈਕੂਮ, ਤਾਂ ਲਾਈਟ 'ਚ ਆਪਾਂ ਨੂੰ ਪਤਾ ਬਹੁਤ ਸਾਰੇ ਕਲਰਸ ਦੀਆਂ ਵੇਵਲੈਂਥਸ ਹੁੰਦੀਆਂ। ਲਾਈਟ ਇਜ਼ ਮੇਡ ਫਰੋਮ 7 ਕਲਰਸ। ਸੋ ਤੁਸੀਂ ਦੇਖਦੇ ਹੋ ਵੈਬਗੋਇਰ ਜੋ ਆਪਣੇ ਕੋਲ ਰਿਲੇਸ਼ਨ ਹੁੰਦਾ ਉਹਦੇ ਅਕੋਰਡਿੰਗ ਲਾਈਟ ਦੇ ਵਿੱਚ 7 ਕਲਰਸ ਦੀ ਵੇਵਲੈਂਥ ਜਿਹੜੀਆਂ ਆਪਣੇ ਕੋਲ ਵੇਵਲੈਂਥਸ ਆਫ ਹੁੰਦੀਆਂ। ਸੋ ਇੰਨੀਆਂ ਵੇਵ ਜਿਹੜੀਆਂ ਆਪਣੇ ਕੋਲ ਵੇਵਲੈਂਥਸ ਹੁੰਦੀਆਂ, ਆਹ ਸਾਰੀਆਂ ਵੇਵਲੈਂਥਸ ਕੀ ਇਕੱਠੀਆਂ, ਇਹ ਸਾਰੀਆਂ ਵੇਵਲੈਂਥਸ ਦੀ ਜਿਹੜੀ ਵੈਲੋਸਿਟੀ ਹੈ, ਜੇ ਆ ਰੈੱਡ ਕਲਰ ਹੈ, ਆ ਵਾਇਲਟ ਕਲਰ ਹੈ, ਇੰਡੀਗੋ ਕਲਰ ਹੈ, ਤਾਂ ਇਹ ਜਿਹੜੇ ਸਾਰੇ ਕਲਰ ਹੈ ਇਹਨਾਂ ਦੀ ਜਿਹੜੀ ਵੈਲੋਸਿਟੀ ਹੈ, ਸਾਰਿਆਂ ਦੀ ਵੈਲੋਸਿਟੀ ਕੀ ਹੋਊਗੀ ਵੈਕੂਮ ਦੇ ਵਿੱਚ ਜਾਂ ਫ੍ਰੀ ਸਪੇਸ ਦੇ ਵਿੱਚ ਸਾਰੇ ਕਲਰ ਦੀ ਜਿਹੜੀ ਵੈਲੋਸਿਟੀ ਕੀ ਹੋਣੀ ਹੈ, ਸੇਮ ਹੋਣੀ ਹੈ। ਇੰਨੀ ਵੈਲੋਸਿਟੀ ਸਾਰੇ ਕਲਰ ਟਰੈਵਲ ਕਰਨਗੇ, ਤਾਂ ਕਰਕੇ ਇਹ 7 ਕਲਰਸ ਜੋ ਸੇਮ ਵੈਲੋਸਿਟੀ ਟਰੈਵਲ ਕਰਨਗੇ ਤਾਂ ਸਾਨੂੰ ਲਾਈਟ ਕੀ ਦਿਸਦੀ ਹੈ, ਵਾਈਟ ਦਿਸਦੀ ਹੈ, ਨੋ ਡਿਸਪਰਸ਼ਨ ਆਫ ਲਾਈਟ। ਤਾਂ ਇਹ ਸਾਰੇ ਕਲਰਸ ਦਾ ਜਿਹੜਾ ਕੰਬਾਈਨ ਹੀ ਆਪਾਂ ਨੂੰ ਕਿਹੜੀ ਲਾਈਟ ਦਿਸਦੀ ਹੈ, ਵਾਈਟ ਲਾਈਟ ਟਰੈਵਲ ਕਰਦੀ ਹੈ। ਤਾਂ ਜਿਹੜਾ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਵੇਵਜ਼ ਆਰ ਨੋਨ ਡਿਸਪਰਸਿਵ ਹੈ। ਤਾਂ ਯਾਦ ਰੱਖਣਾ ਕੀ ਹੈ, ਵੈਕੂਮ ਵਿੱਚ ਕੀ ਹੈ, ਨੋਨ ਡਿਸਪਰਸਿਵ ਹੈ। ਕਿਉਂਕਿ ਜਿਹੜੀ ਵੈਲੋਸਿਟੀ ਹੈ ਇਲੈਕਟ੍ਰੋਮੈਗਨੈਟਿਕ ਵੇਵ ਦੀਆਂ ਵਿੱਚ ਜਿੰਨੀਆਂ ਮਰਜ਼ੀ ਵੇਵਲੈਂਥ ਦੀ ਲਾਈਟ ਹੋਵੇ, ਸਾਰਿਆਂ ਦੀ ਵੈਲੋਸਿਟੀ ਕੀ ਰਹੂਗੀ, ਸੇਮ ਰਹੂਗੀ। ਤਾਂ ਕੁਛ ਮੀਡੀਅਮ ਇਹ ਹੋਣਗੇ ਜਿਹਦੇ 'ਚ ਮੰਨ ਲਓ ਜਿਹੜੇ ਆਪਣੇ ਕੋਲ ਕੁਛ ਮੀਡੀਅਮ 'ਤੇ ਡਿਪੈਂਡ ਕਰਦਾ। ਕਈ ਵਾਰ ਜਿਹੜੇ ਅਲੱਗ-ਅਲੱਗ ਕਲਰਸ ਹੈ ਇਹ ਅਲੱਗ-ਅਲੱਗ ਵੈਲੋਸਿਟੀ ਨਾਲ ਕੀ ਕਰਦੇ ਆ, ਟਰੈਵਲ ਕਰਦੇ ਆ। ਤਾਂ ਜਾਂ ਵੈਕੂਮ ਦੀ ਗੱਲ ਕਹਾਣੀ ਇਹ ਰੱਖਣੀ ਹੈ। ਵੈਕੂਮ ਦੇ ਵਿੱਚ ਇਹੀ ਹੈ ਵੀ ਜਿਹੜੀ ਫ੍ਰੀ ਸਪੇਸ ਦਾ ਤਾਂ ਉੱਥੇ ਉਹ ਕੀ ਹੁੰਦੀਆਂ, ਫ੍ਰੀ ਸਪੇਸ ਦੇ ਵਿੱਚ ਸਾਰੀਆਂ ਵੇਵਲੈਂਥ ਸੇਮ ਵੈਲੋਸਿਟੀ ਕੀ ਕਰਦੀਆਂ, ਟਰੈਵਲ ਕਰਦੀਆਂ। ਸੋ ਬੱਚੇ ਆਰਟੀਕਲ ਬੱਚੇ ਕੰਪਲੀਟ ਹੋ ਗਿਆ, ਤਾਂ ਯਾਦ ਰੱਖਣਾ।